ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਸ਼ਹੀਦ ਸਿੰਘਾਂ ਦੇ ਅਸਥਾਨਾਂ 'ਤੇ ਜਿਹੜੀ ਜੋਤ ਜਗਦੀ ਆ ਨਾ, ਇਸ ਜੋਤ ਜਗਦੀ ਦੀ ਜ਼ਾਹਰੀ ਕਰਾਮਾਤ ਕੀ ਹੈਗੀ ਹੁੰਦੀ ਆ, ਇਸ ਦੇ ਉੱਪਰ ਆਪਣੀ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਆਪ ਸਭ ਤੋਂ ਪਹਿਲਾਂ ਜੋਤ ਦੀ ਕਰਾਮਾਤ ਨੂੰ ਸਮਝਣ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਇਸ ਵਿਸ਼ੇ 'ਤੇ ਗੌਰ ਕਰੀਏ ਕਿ ਅਗਰ ਕਿਸੇ ਨੇ ਧਰਮ ਨੂੰ ਸਮਝਣਾ ਤਾਂ ਫਿਰ ਉਹਨੂੰ ਪਹਿਲਾਂ ਉਲਟੇ ਬ੍ਰਿਕਸ਼ ਨੂੰ ਸਮਝਣਾ ਪਏਗਾ, ਕਿਉਂਕਿ ਇਹ ਉਲਟਾ ਬ੍ਰਿਕਸ਼ ਜਿਹੜਾ ਉਹ ਧਰਮ ਨੂੰ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦਾ ਹੈ। ਸੋ ਕਹਿਣ ਤੋਂ ਭਾਵ ਇੰਨਾ ਹੀ ਆ ਕਿ ਜਿਹੜੀ ਗੁਰਮਤਿ ਦੀ ਸੋਝੀ ਹੁੰਦੀ ਆ ਉਹ ਬੁੱਧੀ ਤੋਂ ਨਹੀਂ ਮਿਲਦੀ। ਗੁਰਮਤਿ ਦੀ ਸੋਝੀ ਜਿਹੜੀ ਆ ਇਹ ਹਿਰਦੇ ਦੇ ਅੰਦਰੋਂ ਪ੍ਰਗਟ ਹੁੰਦੀ ਹੈਗੀ ਆ, ਪਰ ਉਹ ਹਿਰਦਾ ਚਾਹੀਦਾ ਹੈਗਾ ਜੋ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਭਿੱਜਾ ਹੋਵੇ। ਅਤੇ ਜਿਹੜਾ ਹਿਰਦਾ ਨਾ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੁੰਦਾ, ਉਸ ਹਿਰਦੇ ਦੇ ਅੰਦਰ ਕਦੀ ਵੀ ਸੋਚ ਨਹੀਂ ਹੁੰਦੀ ਹੈ, ਕੋਈ ਸਵਾਲ ਨਹੀਂ ਹੁੰਦਾ ਹੈਗਾ। ਕੇਵਲ ਅਤੇ ਕੇਵਲ ਜਿਹੜੀ ਹੈ ਨਾ ਇੱਕ ਭਾਵਨਾ ਰੂਪੀ ਜਿਹੜਾ ਹੈ ਉਹ ਪ੍ਰੇਮ ਹੁੰਦਾ ਹੈਗਾ, ਇੱਕ ਪਿਆਰ ਹੁੰਦਾ ਹੈਗਾ। ਇਹ ਉਹ ਭਾਵਨਾ ਹੁੰਦੀ ਹੈ ਜਿਹੜੀ ਨਾਮਦੇਵ ਜੀ ਦੇ ਅੰਦਰ ਸੀਗੀ। ਉਸ ਭਾਵਨਾ ਨੇ ਨਾਮਦੇਵ ਜੀ ਦੀਆਂ ਮੂਰਤੀਆਂ ਨੂੰ ਜਿਹੜਾ ਨਾ ਦੁੱਧ ਪੀਣ ਦੇ ਉੱਤੇ ਜਿਹੜਾ ਸੀਗਾ ਉਹ ਜ਼ਾਹਰਾ ਤੌਰ 'ਤੇ ਪ੍ਰਗਟ ਕਰ ਦਿੱਤਾ। ਉਹੀ ਭਾਵਨਾ ਜਿਹੜੀ ਆ ਉਹ ਭਗਤ ਧੰਨਾ ਜੀ ਦੇ ਹਿਰਦੇ ਦੇ ਵਿੱਚ ਸੀਗੀ। ਉਸ ਨੇ ਵੀ ਠਾਕਰ ਦੇ ਵਿੱਚੋਂ ਵਾਹਿਗੁਰੂ ਜੀ ਨੂੰ ਰੋਟੀ ਅਤੇ ਲੱਸੀ ਪੀਣ ਵਾਸਤੇ ਉਸ ਦੇ ਵਿੱਚੋਂ ਪ੍ਰਤੱਖ ਪ੍ਰਗਟ ਕਰ ਦਿੱਤਾ ਹੈਗਾ। ਇਸ ਤਰ੍ਹਾਂ ਇਹ ਜਿਹੜੀਆਂ ਜ਼ਾਹਰੀਆਂ ਕਰਾਮਾਤਾਂ ਹੁੰਦੀਆਂ ਹੈਗੀਆਂ, ਇਹ ਭਾਵਨਾ ਦੇ ਅੰਦਰੋਂ ਪ੍ਰਗਟ ਹੁੰਦੀਆਂ। ਦੇਖੋ, ਆਪਾਂ ਪ੍ਰਹਲਾਦ ਭਗਤ ਦੀ ਅਗਰ ਗੱਲ ਕਰੀਏ ਤਾਂ ਪ੍ਰਹਲਾਦ ਭਗਤ ਦਾ ਜਦੋਂ ਆਖਰੀ ਸਮਾਂ ਜਿਹੜਾ ਸੀਗਾ, ਜਿਸ ਦੇ ਵਿੱਚ ਉਹਦੀ ਜਿਹੜੀ ਪ੍ਰੀਖਿਆ ਸੀਗੀ, ਜਿਹੜੀ ਹਰਨਾਕਸ਼ ਨੇ ਰੱਖੀ ਸੀ, ਇੱਕ ਬਹੁਤ ਵੱਡਾ ਲੋਹੇ ਦਾ ਥੰਮ ਗਰਮ ਕਰ ਦਿੱਤਾ ਸੀਗਾ ਅਤੇ ਪ੍ਰਹਲਾਦ ਨੂੰ ਆਖਿਆ ਸੀਗਾ ਵੀ ਹੁਣ ਮੈਨੂੰ ਦੱਸ ਵੀ ਤੇਰਾ ਰਾਮ ਕਿੱਥੇ ਆ। ਅਤੇ ਪ੍ਰਹਲਾਦ ਨੇ ਕਿਹਾ ਸੀਗਾ ਕਿ ਜਿਹੜਾ ਰਾਮ ਹੈਗਾ ਪਰਮੇਸ਼ਰ ਉਹ ਸਾਰੇ ਹੀ ਰਮਿਆ ਹੋਇਆ। ਤਾਂ ਫਿਰ ਉਹਨੇ ਕਿਹਾ ਸੀਗਾ ਵੀ ਇਸ ਜਿਹੜਾ ਥੰਮ ਤੱਤਾ ਹੈਗਾ, ਜਿਹੜਾ ਬਲਦਾ ਹੋਇਆ ਥੰਮ ਆ, ਇਹਦੇ ਵਿੱਚ ਵੀ ਪਰਮੇਸ਼ਰ ਵਾ। ਤੇਰੇ ਪ੍ਰਹਲਾਦ ਨੇ ਜਿਹੜਾ ਸੀ ਧੜਕ ਹੋ ਕੇ ਜਵਾਬ ਦਿੱਤਾ ਸੀ, ਹਾਂ ਇਹਦੇ ਅੰਦਰ ਵੀ ਪਰਮੇਸ਼ਰ ਹੈਗਾ। ਭਾਵੇਂ ਉਹ ਲਾਲ ਥੰਮ ਜਿਹੜਾ ਅੱਗ ਦੇ ਵਾਂਗੂ ਜਿਹੜਾ ਸੀਗਾ ਉਹ ਦੂਰ ਦੂਰ ਤੱਕ ਸੇਕ ਮਾਰਦਾ ਸੀਗਾ, ਪਰ ਦੁਨੀਆ ਦੀ ਦ੍ਰਿਸ਼ਟੀ ਦੇ ਅੰਦਰ ਉਹ ਕੇਵਲ ਇੱਕ ਗਰਮ ਥੰਮ ਸੀਗਾ। ਪਰ ਪ੍ਰਹਲਾਦ ਦੀ ਜਿਹੜੀ ਹਿਰਦੇ ਰੂਪੀ ਜਿਹੜੀ ਹੈਗੀ ਉਹ ਚੇਤਨਾ ਹੈਗੀ ਆ, ਉਹਦੇ ਅੰਦਰ ਉਸ ਥੰਮ ਦੇ ਵਿੱਚ ਪਰਮੇਸ਼ਰ ਵਸਦਾ ਹੈਗਾ। ਦੇਖੋ, ਸਾਰੀਆਂ ਦੀਆਂ ਜਿਹੜੀਆਂ ਜੋ ਸੋਚਣੀਆਂ ਸੀਗੀਆਂ ਉਹਨਾਂ 'ਤੇ ਪਾਣੀ ਫਿਰਿਆ ਜਦੋਂ ਵਾਹਿਗੁਰੂ ਜੀ ਨੇ ਉਹ ਲਾਲ ਥੰਮ ਦੇ ਵਿੱਚੋਂ ਨਰਸਿੰਘ ਰੂਪ ਪ੍ਰਗਟ ਕਰਕੇ ਉਸ ਫਿਰ ਹਰਨਾਕਸ਼ ਦਾ ਅੰਤ ਕਰ ਦਿੱਤਾ। ਸੋ ਇਸੇ ਤਰ੍ਹਾਂ ਹੀ ਇਹ ਜਿਹੜੀ ਧਰੂਵ ਭਗਤ ਜੀ ਦੇ ਅੰਦਰ ਹੈਗੀ ਆ। ਭਾਵ ਇਹ ਆ, ਜਿੰਨੇ ਵੀ ਭਗਤ ਹੋਏ ਆ, ਜਿਨ੍ਹਾਂ ਦੇ ਅੰਦਰ ਪ੍ਰੇਮ ਰੂਪੀ ਭਾਵਨਾ ਜਿਹੜੀ ਪ੍ਰਗਟ ਹੋਈ ਆ, ਉਸ ਪ੍ਰੇਮ ਰੂਪੀ ਭਾਵਨਾ ਨੇ ਹੀ ਉਹਨਾਂ ਦੇ ਅੰਦਰ ਜੋ ਇੱਛਾ ਸੀਗੀ ਉਸ ਨੂੰ ਭਾਗ ਲਾਤੇ ਆ। ਇਸੇ ਤਰ੍ਹਾਂ ਅਸੀਂ ਅਗਰ ਦੇਖੀਏ ਥੋੜ੍ਹਾ ਜਿਹਾ ਕਿ ਪੁਰਾਤਨ ਸਮੇਂ ਤੋਂ ਜਿੰਨੇ ਵੀ ਅਵਤਾਰ ਹੋਏ ਆ, ਉਹਨਾਂ ਅਵਤਾਰਾਂ ਨੇ ਜਿਹੜੇ ਸ਼ੁਭ ਕਰਮ ਕੀਤੇ ਹੈਗੇ ਆ, ਉਹ ਕੰਮ ਜਿਨ੍ਹਾਂ ਕੰਮਾਂ ਦੇ ਉੱਤੇ ਸਭ ਦਾ ਭਲਾ ਹੁੰਦਾ ਹੈਗਾ। ਅਤੇ ਜਦੋਂ ਉਹ ਕਾਰਜ ਫਤਿਹ ਹੋਏ ਆ ਅਤੇ ਉਹਨਾਂ ਦੇ ਜਿੰਨੇ ਵੀ ਸੇਵਾਦਾਰ ਸੀ ਜਾਂ ਉਹਨਾਂ ਦੇ ਉੱਪਰ ਜਿਹੜੇ ਸ਼ਰਧਾ ਰੱਖਣ ਵਾਲੇ ਜਿੰਨੇ ਵੀ ਪ੍ਰੇਮੀ ਸੀ ਉਹਨਾਂ ਨੇ ਉਸ ਖੁਸ਼ੀ ਦੇ ਵਿੱਚ ਫਿਰ ਘਿਓ ਦੇ ਦੀਵੇ ਜਗਾਏ ਆ। ਅਤੇ ਇਹ ਜਿਹੜੀ ਪਰੰਪਰਾ ਸੀ ਇਹ ਆਦਿ ਜੁਗਾਦ ਤੋਂ ਚੱਲੀ ਆਉਂਦੀ। ਇਸੇ ਤਰ੍ਹਾਂ ਅਸੀਂ ਸਿੱਖ ਇਤਿਹਾਸ ਦੇ ਅੰਦਰ ਵੀ ਦੇਖਦੇ ਹਾਂ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਆ ਦੇ ਵਿੱਚੋਂ 52 ਰਾਜੇ ਜਿਹੜੇ ਆ ਉਹ ਬੰਦੀਖਾਨੇ 'ਚੋਂ ਛਡਾਏ ਆ, ਫਿਰ ਦਰਬਾਰ ਸਾਹਿਬ ਆਏ ਆ, ਇੱਥੇ ਸੰਗਤਾਂ ਨੇ ਘਿਓ ਦੇ ਦੀਵੇ ਜਗਾਏ ਆ। ਇਸੇ ਤਰ੍ਹਾਂ ਇਹ ਘਿਓ ਦੇ ਦੀਵੇ ਇੱਕ ਬਹੁਤ ਵੱਡੀ ਜਿਹੜੀ ਖੁਸ਼ੀ ਹੈਗੀ ਆ ਉਹਦਾ ਸੁਨੇਹਾ ਦਿੰਦੇ ਹੈਗੇ ਆ, ਕਿਉਂਕਿ ਘਿਓ ਦੇ ਜਿਹੜੇ ਦੀਵੇ ਜਗਦੇ ਆ ਇਹਨਾਂ ਦੇ ਅੰਦਰ ਬੜੇ ਭੇਦ ਛੁਪੇ ਆ। ਇੱਕ ਭੇਦ ਕੀ ਹੁੰਦਾ ਹੈਗਾ ਕਿ ਇੱਕ ਤਾਂ ਇਹ ਫਤਿਹ ਰੂਪ ਦੀ ਨਿਸ਼ਾਨੀ ਆ। ਦੂਸਰੀ ਇਹ ਚੀਜ਼ ਹੁੰਦੀ ਆ ਕਿ ਜਿਹਦਾ ਦੇਸੀ ਘਿਓ ਦਾ ਦੀਵਾ ਜਗਦਾ ਇਹਦਾ ਮਤਲਬ ਕੀ ਹੈਗਾ ਕਿ ਉਸ ਸ਼ਹੀਦ ਸਿੰਘ ਦੀ ਜਿਹੜੀ ਜਿਹਦੇ ਨਾਂ 'ਤੇ ਦੀਵਾ ਜਗਦਾ ਉਹਦੀ ਪਿੱਛੇ ਕੁੱਲ ਚੱਲਦੀ, ਭਾਵ ਕਿ ਉਹਨੂੰ ਪ੍ਰੇਮ ਕਰਨ ਵਾਲੀਆਂ ਜਿਹੜੀਆਂ ਰੂਹਾਂ ਹੈਗੀਆਂ ਅਜੇ ਵੀ ਇਸ ਧਰਤੀ ਦੇ ਉੱਤੇ ਮੌਜੂਦ ਹੈਗੀਆਂ, ਉਹਨਾਂ ਦਾ ਕਦੀ ਬੀਜ ਨਾਸ ਨਹੀਂ ਹੋਇਆ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹਦੇ ਅੰਦਰ ਬੜੇ ਭੇਦ ਛੁਪੇ ਹੋਏ ਆ। ਇਸ ਕਰਕੇ ਸਾਡੇ ਜਿੰਨੇ ਵੀ ਸ਼ਹੀਦ ਸਿੰਘਾਂ ਦੇ ਸਥਾਨ ਵਾ
ਉੱਥੇ ਜਿਹੜੀ ਦੇਸੀ ਘਿਓ ਦੀ ਜੋਤ ਹੈਗੀ ਆ ਉਹ ਜ਼ਰੂਰ ਜਗਾਈ ਜਾਂਦੀ ਹੈਗੀ ਆ। ਪਰ ਕਿਉਂਕਿ ਇਹੋ ਜਿਹੇ ਅਨੁਭਵ ਜਿਹੜੇ ਹੈ ਉਹ ਮਹਾਂਪੁਰਖਾਂ ਦੇ ਹਿਰਦੇ ਦੇ ਵਿੱਚੋਂ ਪ੍ਰਗਟ ਹੁੰਦੇ ਆ। ਆਮ ਜਿਹੜਾ ਕੋਈ ਫਿਲੋਸਫਰ ਆ ਜਾਂ ਕੋਈ ਬੁੱਧੀ ਜੀਵ ਆ ਹੈ ਨਾ, ਜਿਹੜਾ ਬੁੱਧੀ ਦੇ ਤਲ 'ਤੇ ਸੋਚਦਾ ਹੈਗਾ, ਉਹਨੂੰ ਤਾਂ ਕੇਵਲ ਜਿਹੜਾ ਹੈ ਨਾ ਇਹ ਇੱਕ ਸਧਾਰਨ ਜਿਹੜੀ ਅਗਨੀ ਹੈਗੀ ਆ ਉਹ ਹੀ ਦਿਖਾਈ ਦਿੰਦੀ ਆ। ਪਰ ਉਹ ਇਹ ਨਹੀਂ ਜਾਣਦੇ ਹੈਗੇ ਕਿ ਦੇਸੀ ਘਿਓ ਦਾ ਦੀਵਾ ਜਿਹੜੇ ਸ਼ਹੀਦ ਸਿੰਘਾਂ ਦੇ ਸਥਾਨ 'ਤੇ ਜਗਦਾ ਹੈ ਨਾ, ਇਹ ਕੋਈ ਸਧਾਰਨ ਜਿਹੜੀ ਹੈ ਉਹ ਅਗਨੀ ਨਹੀਂ ਹੈਗੀ। ਇਸ ਅਗਨੀ ਦੇ ਪਿੱਛੇ ਬਹੁਤ ਸਾਰੇ ਭੇਦ ਜਿਹੜੇ ਛੁਪੇ ਆ। ਭਾਵ ਕੀ ਆ, ਅੱਜ ਤੱਕ ਜੋ ਵੀ ਜਿਹੜੇ ਹੈ ਨਾ ਕਰਮ ਹੈਗੇ ਆ ਜਾਂ ਜੋ ਵੀ ਚੀਜ਼ ਜਿਹੜੀ ਗੁਰੂ ਘਰ ਦੇ ਨਾਲ ਜੁੜ ਗਈ ਹੈਗੀ ਆ, ਉਹ ਜਿਹੜੀ ਚੀਜ਼ ਹੈ ਨਾ ਪੂਜੀ ਜਾਂਦੀ ਆ, ਸਤਿਕਾਰਯੋਗ ਹੋ ਜਾਂਦੀ ਆ। ਜਿਹੜੀ ਵਸਤੂ ਗੁਰੂ ਘਰਾਂ ਦੇ ਹੱਥਾਂ ਦੀ ਸ਼ੋਅ ਬਣ ਜਾਂਦੀ ਆ। ਦੇਖੋ, ਇੱਕ ਸਧਾਰਨ ਕੱਪੜਾ ਹੈਗਾ, ਪਰ ਜਦੋਂ ਉਹ ਕੱਪੜਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੁਮਾਲੇ ਦੇ ਰੂਪ ਦੇ ਵਿੱਚ ਪੈਂਦਾ ਹੈਗਾ ਤਾਂ ਫਿਰ ਉਹ ਰੁਮਾਲਾ ਸਾਹਿਬ ਕਹਾਉਂਦਾ ਹੈਗਾ। ਇਸੇ ਤਰ੍ਹਾਂ ਜਿਹੜੇ ਵਸਤਰ ਜਿਹੜੇ ਹੈ ਬਰਤਨ ਹੈਗੇ ਗੁਰੂ ਘਰਾਂ ਦੇ ਵਿੱਚ ਆ ਜਾਂਦੇ ਆ, ਉਹਨਾਂ ਫਿਰ ਬਰਤਨਾਂ ਨੂੰ ਦੇਖੋ ਦੂਰੋਂ ਦੂਰ ਜਿਹੜੀਆਂ ਸੰਗਤਾਂ ਹੈਗੀਆਂ ਬੜੀਆਂ ਪ੍ਰੇਮ ਦੇ ਨਾਲ ਉਹ ਮਾਂਜਦੀਆਂ ਹੈਗੀਆਂ। ਝਾੜੂਆਂ ਦੀ ਜਿਹੜੀ ਉਹ ਸੇਵਾ ਚੱਲਦੀ ਆ। ਭਾਵ ਕੀ ਆ ਕਿ ਜਿਹੜੇ ਚੀਜ਼ਾਂ ਗੁਰੂ ਘਰ ਦੇ ਨਾਲ ਜੁੜ ਗਈਆਂ ਹਨ, ਉਸ ਚੀਜ਼ਾਂ ਦੇ ਵਿੱਚੋਂ ਸਾਡੇ ਜਿਹੜੇ ਸ਼ਰਧਾਵਾਨ ਗੁਰਮੁਖ ਪਿਆਰੇ ਆ ਹਨ, ਉਸ ਦੇ ਵਿੱਚੋਂ ਉਹ ਵਾਹਿਗੁਰੂ ਜੀ ਦੀ ਝਲਕ ਪ੍ਰਤੀਤ ਕਰਦੇ ਆ। ਖੁਸ਼ੀ ਜਿਹੜੀ ਹੈ ਉਹਨਾਂ ਨੂੰ ਜੋ ਆਨੰਦ ਖੇੜਾ ਮਿਲਦਾ ਹੈ ਨਾ ਇਹਨਾਂ ਵਸਤਾਂ ਦੇ ਪਿੱਛੇ, ਇਹ ਤਾਂ ਫਿਰ ਉਹੀ ਜਾਣਦੇ ਹੈ। ਕਿਉਂਕਿ ਜਿਹੜੇ ਤਰਕ ਬੁੱਧੀ ਵਾਲੇ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਆ ਸਕਦੀ। ਅਸਲ ਦੇ ਵਿੱਚ ਗੁਰੂ ਘਰ ਜਿਹੜਾ ਹੈਗਾ ਉਹ ਸ਼ਰਧਾਵਾਨ ਅਤੇ ਸਤਿਕਾਰਯੋਗ ਜਿਹੜੇ ਗੁਰਸਿੱਖ ਆ ਨਾ, ਉਹਨਾਂ ਦੀ ਭਾਵਨਾ ਅਤੇ ਪ੍ਰੇਮ ਦੇ ਤਹਿਤ ਹੀ ਚੱਲਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਨ੍ਹਾਂ ਅਸਥਾਨਾਂ ਦੇ ਉੱਤੇ ਦੇਸੀ ਘਿਓ ਦੀ ਜੋਤ ਜਗਦੀ ਆ ਨਾ, ਉਹ ਜਿਹੜੇ ਫਿਰ ਅਸਥਾਨ ਹੈਗੇ ਆ ਉਹ ਬਹੁਤ ਜ਼ਿਆਦਾ ਉਹ ਆਮ ਗੁਰਸਿੱਖਾਂ ਦੀ ਨਜ਼ਰ ਦੇ ਵਿੱਚ, ਪਰ ਉਹ ਜਿਹੜੇ ਜਗਿਆਸੂ ਆ, ਜਿਹੜੇ ਇਹ ਸ਼ਹੀਦ ਸਿੰਘਾਂ ਦੀਆਂ ਰੂਹਾਂ ਨੂੰ ਪਿਆਰ ਕਰਦੇ ਆ, ਪ੍ਰੇਮ ਕਰਦੇ ਆ, ਉਹਨਾਂ ਦੇ ਹਿਰਦੇ ਦੇ ਅੰਦਰ ਅਤੀ ਸਤਿਕਾਰਯੋਗ ਹੋ ਜਾਂਦੇ ਆ। ਸੋ ਜਿਵੇਂ ਅਸੀਂ ਦੇਖਦੇ ਹਾਂ ਕਿ ਸਾਰੇ ਸ਼ਹੀਦ ਸਿੰਘਾਂ ਦੇ ਅਸਥਾਨ ਦੇ ਉੱਤੇ ਹੈ ਨਾ ਜੋਤ ਜਗਦੀ ਹੁੰਦੀ ਹੈ। ਸੋ ਇਹ ਜਿਹੜੀ ਜੋਤ ਹੈਗੀ ਕੋਈ ਸਧਾਰਨ ਜੋਤ ਨਹੀਂ ਹੁੰਦੀ। ਇਸ ਜੋਤ ਦੇ ਉੱਤੇ ਮਹਾਂਪੁਰਖਾਂ ਦੇ ਬਚਨ ਵਾ ਕਿ ਜਿੱਥੇ ਸ਼ਹੀਦ ਸਿੰਘਾਂ ਦੀ ਜੋਤ ਜਗਦੀ ਆ, ਇਸ ਜੋਤ ਦੇ ਉੱਤੇ ਸ਼ਹੀਦੀ ਪਿਆਰੇ ਹੁੰਦੇ ਆ। ਘੱਟ ਤੋਂ ਘੱਟ 20 ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਹਨ ਉਹ ਰੂਹਾਂ ਹੈਗੀਆਂ ਉਸ ਜੋਤ ਦੇ ਨਾਲ ਜਿਹੜੀਆਂ ਹਨ ਸੰਪਰਕ ਦੇ ਵਿੱਚ ਰਹਿੰਦੀਆਂ। ਇਸੇ ਤਰ੍ਹਾਂ ਅਸੀਂ ਗੁਰਦੁਆਰੇ ਨਿਸ਼ਾਨ ਸਾਹਿਬ ਵੀ ਦੇਖ ਲਈਏ, ਜਿੱਥੇ ਨਿਸ਼ਾਨ ਸਾਹਿਬ ਝੂਲਦੇ ਆ ਉਹਨਾਂ ਨਿਸ਼ਾਨ ਸਾਹਿਬਾਂ ਦੇ ਜਿਹੜੇ ਹਨ ਉਹ ਨਾਲ ਜਿਹੜੇ ਹੈਗੇ ਉਹ ਵੀ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਹਨ ਉਹ ਰੂਹਾਂ ਹੈਗੀਆਂ, ਉਹ ਹਮੇਸ਼ਾ ਸੰਪਰਕ 'ਚ ਰਹਿੰਦੀਆਂ ਹੈਗੀਆਂ। ਭਾਵ ਕੀ ਹੈ ਕਿ ਇਹੋ ਜਿਹੇ ਅਸਥਾਨਾਂ ਦੇ ਉੱਤੇ ਸ਼ਹੀਦ ਸਿੰਘਾਂ ਦੇ ਸਖਤ ਪਹਿਰੇ ਹੁੰਦੇ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਨ੍ਹਾਂ ਦੇ ਅੰਦਰ ਪ੍ਰੇਮ ਅਤੇ ਸ਼ਰਧਾ ਹੁੰਦੀ ਆ, ਉਹ ਇਸ ਜੋਤ ਦੇ ਜਿਹੜੇ ਹਨ ਪ੍ਰਤੱਖ ਕਾਰਨਾਮੇ ਹੈਗੇ ਆ, ਉਹ ਆਪਣੇ ਅਗਰ ਜੀਵਨ ਦੇ ਵਿੱਚ ਦੇਖਣਾ ਚਾਹੁਣ ਤਾਂ ਦੇਖ ਸਕਦੇ ਆ, ਬਸ਼ਰਤੇ ਜਿਹੜੀ ਭਾਵਨਾ ਹੈਗੀ ਆ ਉਹ ਕਿਸੇ ਪ੍ਰੇਮ ਦੇ ਵਿੱਚ, ਕਿਸੇ ਹਿਰਦੇ ਦੇ ਵਿੱਚ ਭਿੱਜੀ ਹੋਵੇ, ਕੋਈ ਸੋਚ ਵਿਚਾਰ ਜਿਹੜੇ ਹਨ ਤਰਕ ਦੀ ਬੁੱਧੀ ਨਾ ਹੋਵੇ। ਕਿਉਂਕਿ ਗੁਰੂ ਘਰ ਦੇ ਅੰਦਰ ਜਿਹੜੀ ਤਰਕ ਦੀ ਬੁੱਧੀ ਹੈ ਨਾ ਇਹ ਗੁਰੂ ਸਾਹਿਬ ਨੂੰ ਨਹੀਂ ਭਾਉਂਦੀ। ਇੱਥੇ ਤਾਂ ਕੇਵਲ ਹੈ ਨਾ ਸੱਤ ਹੀ ਵਚਨ ਚੱਲਦਾ ਹੈਗਾ, ਅਤੇ ਜਿਹਨੇ ਸੱਤ ਵਚਨ ਕਰਕੇ ਗੁਰੂ ਸਾਹਿਬ ਦੀ ਕੋਈ ਵੀ ਗੱਲ ਮੰਨੀ ਆ ਹੈ ਨਾ, ਬਸ ਅਸਲ ਦੇ ਵਿੱਚ ਉਹ ਹੀ ਜਿਹੜਾ ਹੈ ਨਾ ਜੋ ਗੁਰਮੁਖ ਪਿਆਰਾ ਹੈਗਾ ਉਹ ਹੀ ਪਰਮ ਪਦਵੀ 'ਤੇ ਪੁੱਜਾ ਹੈਗਾ। ਜਿਵੇਂ ਕਿਸੇ ਮਹਾਤਮਾ ਦੇ ਕੋਲ ਇੱਕ ਸੱਜਣ ਬੜੇ ਭੋਲੇ ਭਾਲੇ ਗੁਰਮੁਖ ਜਿਹੜੀ ਪਿਆਰ ਦੇ ਵਿੱਚ ਰੰਗੀ ਰੂਹ ਸੀਗੀ, ਉਹ ਆਈ ਮਹਾਂਪੁਰਖਾਂ ਨੂੰ ਮੱਥਾ ਟੇਕ ਕੇ ਹੈ ਨਾ ਕੋਲ ਅਰਜ਼ ਕਰਨ ਲੱਗੀ, ਕਹਿਣ ਲੱਗੀ ਜੀ ਮੇਰਾ ਇੱਕ ਕਾਰਜ ਹੈਗਾ, ਤੁਸੀਂ ਕਿਰਪਾ ਕਰੋ ਕਿ ਮੈਨੂੰ ਇਸ ਕਾਰਜ ਦੇ ਵਿੱਚ ਸਫਲਤਾ ਮਿਲ ਜਾਵੇ। ਮਹਾਂਪੁਰਖਾਂ ਨੇ ਉਸ ਭੋਲੀ ਰੂਹ ਵੱਲ ਤੱਕਿਆ, ਤੱਕ ਕੇ ਕਹਿਣ ਲੱਗੇ ਠੀਕ ਹੈ ਭਾਈ ਗੁਰਮੁਖਾ, ਇਹ ਸ਼ਬਦ ਦਾ ਜਾਪ ਕਰਿਆ ਕਰ, ਤੇਰਾ ਕਾਰਜ ਪੂਰਾ ਹੋ ਜਾਊ। ਅਤੇ ਨਾਲ ਇਹ ਵੀ ਕਹਿਤਾ ਕਿ ਇਹ ਜਿਹੜਾ ਕਾਰਜ ਤੇਰਾ ਹੈਗਾ ਇਹ 3 ਮਹੀਨੇ ਦੇ ਅੰਦਰ ਅੰਦਰ ਪੂਰਾ ਹੋ ਜਾਊ। ਇੱਕ ਸੱਜਣ ਜਿਹੜੇ ਨਾ ਤਰਕ ਬੁੱਧੀ ਵਾਲੇ ਸੀਗੇ ਜਾਂ ਆਪਣੇ ਆਪ ਨੂੰ ਬੁੱਧੀਜੀਵ ਕਹਾਉਂਦੇ ਸੀ, ਉਹ ਇਸ ਚੀਜ਼ ਨੂੰ ਦੇਖ ਰਹੇ ਸੀ। ਹੁਣ ਜ਼ਿੰਦਗੀ ਦੇ ਵਿੱਚ ਜਿਹੜੇ ਕਈ ਕਾਰਜ ਐਸੇ ਹੁੰਦੇ ਜਿਹੜੇ ਰੁਕੇ ਹੁੰਦੇ ਆ, ਉਹ ਵੀ ਮਹਾਂਪੁਰਖਾਂ ਦੇ ਕੋਲ ਆ ਗਏ। ਉਹ ਕਹਿਣ ਲੱਗੇ ਜੀ ਇੱਕ ਮੇਰਾ ਵੀ ਕਾਰਜ ਰੁਕਿਆ ਹੋਇਆ ਹੈਗਾ ਅਤੇ ਤੁਸੀਂ ਮੈਨੂੰ ਕੋਈ ਐਸਾ ਸ਼ਬਦ ਦਿਓ ਜਿਹਦੇ ਨਾਲ ਮੇਰੇ ਕਾਰਜ ਵਿੱਚ ਵੀ ਮੇਰੀ ਸਫਲਤਾ ਹੋ ਜਾਵੇ। ਅਤੇ ਮਹਾਂਪੁਰਖਾਂ ਨੇ ਜਿਹੜਾ ਉਹ ਸ਼ਬਦ ਉਹ ਗੁਰਮੁਖ ਪਿਆਰਿਆਂ ਨੇ ਦਿੱਤਾ ਸੀ, ਉਹੀ ਕਹਿਣ ਲੱਗੇ, ਕਹਿੰਦੇ ਚੰਗਾ ਭਾਈ ਤੂੰ ਵੀ ਇਸ ਸ਼ਬਦ ਦੀ ਕਮਾਈ ਕਰ ਲਾ। ਫਿਰ ਉਹ ਕਹਿਣ ਲੱਗੇ ਜੀ ਮੇਰਾ ਕਾਰਜ ਵੀ 3 ਮਹੀਨਿਆਂ ਦੇ ਅੰਦਰ ਅੰਦਰ ਹੋ ਜਾਏਗਾ।
ਮਹਾਂਪੁਰਖ ਕਹਿੰਦੇ ਨਹੀਂ, ਤੇਰੇ ਕਾਰਜ ਨੂੰ ਘੱਟ ਤੋਂ ਘੱਟ ਹੈ ਨਾ 3 ਸਾਲ ਲੱਗਣਗੇ। ਉਹ ਜਿਹੜਾ ਬੁੱਧੀਜੀਵ ਸੀਗਾ ਉਹ ਬੜਾ ਸੁਣ ਕੇ ਹੈਰਾਨ ਵੀ ਹੋਇਆ ਮਹਾਂਪੁਰਖਾਂ ਦੀ। ਉਹ ਕਹਿਣ ਲੱਗਾ ਕਿ ਸ਼ਬਦ ਵੀ ਕੋਈ ਆ ਅਤੇ ਉਸ ਨੂੰ ਤੁਸੀਂ ਕਹਿਤਾ ਕਿ ਤੇਰਾ 3 ਮਹੀਨਿਆਂ ਦੇ ਅੰਦਰ ਅੰਦਰ ਕਾਰਜ ਹੋ ਜੇ, ਅਤੇ ਮੈਨੂੰ ਕਹਿਤਾ ਤੇਰਾ 3 ਸਾਲ ਲੱਗਣਗੇ, ਇਹ ਕਿਉਂ? ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਉਹ ਜਿਹੜਾ ਜੀਵ ਆ ਨਾ ਉਹਦੇ ਅੰਦਰ ਭਾਵਨਾ ਹੈ, ਹਿਰਦਾ ਹੈ। ਭਾਵ ਕੀ ਹੈ ਕਿ ਉਹਦੇ ਅੰਦਰ ਭੋਲਾਪਨ ਹੈ, ਕੋਈ ਸਵਾਲ ਨਹੀਂ ਹੈ। ਉਹਨੇ ਜੋ ਵੀ ਕਾਰਜ ਕਹਿਤਾ ਉਹਨੇ ਸਤ ਬਚਨ ਕਰਕੇ ਮੰਨ ਲਿਆ ਹੈ। ਪਰ ਤੇਰੇ ਅੰਦਰ ਕਿਉਂਕਿ ਤਰਕ ਹੈ ਕਿ ਇਹ ਕੰਮ ਹੋਣਾ ਜਾਂ ਨਹੀਂ ਹੋਣਾ ਹੈਗਾ, ਹੋ ਵੀ ਸਕਦਾ ਜਾਂ ਨਹੀਂ ਹੋ ਸਕਦਾ ਹੈਗਾ। ਜਦ ਜਿਸ ਅੰਦਰ ਜਿਹੜਾ ਤਰਕ ਹੋਵੇ ਹੈ ਨਾ, ਫਿਰ ਉਹਦਾ ਕਾਰਜ ਜਿਹੜਾ ਹੈਗਾ ਅੱਵਲ ਤਾਂ ਉਹ ਸਿੱਧ ਨਹੀਂ ਹੁੰਦਾ, ਜੇ ਹੋਵੇ ਵੀ ਤਾਂ ਫਿਰ ਉਹ ਬੜਾ ਸਮਾਂ ਮੰਗਦਾ ਹੈਗਾ। ਪਰ ਫਿਰ ਵੀ ਉਹਦੇ ਮਨ ਦੇ ਵਿੱਚ ਇਹੋ ਸ਼ੰਕਾ ਰਹਿੰਦਾ ਹੈ ਕਿ ਇਹ ਕਾਰਜ ਵਾਹਿਗੁਰੂ ਨੇ ਜਿਹੜਾ ਹੈਗਾ ਉਹ ਮੇਰਾ ਸਫਲਤਾ ਜਿਹੜਾ ਹੈਗਾ ਉਹ ਪੂਰਨ ਸਿਰੇ ਨਹੀਂ ਚਾੜਿਆ ਹੈਗਾ। ਇਹ ਕਾਰਜ ਕੇਵਲ ਮੇਰੀ ਜਿਹੜੀ ਆਪਣੀ ਕੋਸ਼ਿਸ਼ ਹੈ ਨਾ, ਮੇਰੀ ਨਿੱਜੀ ਕੋਸ਼ਿਸ਼, ਉਹਦੇ ਕਰਕੇ ਹੋਇਆ ਹੈ। ਕਿਉਂਕਿ ਸ਼ੰਕੇਵਾਦੀਆਂ ਦੇ ਅੰਦਰ ਨਾ ਹਮੇਸ਼ਾ ਜਿਹੜੇ ਹਨ ਉਹ ਸ਼ੰਕੇ ਇਸ ਤਰ੍ਹਾਂ ਦੇ ਚੱਲਦੇ ਰਹਿੰਦੇ ਆ। ਪਰ ਜਿਨ੍ਹਾਂ ਦੇ ਗੁਰੂ ਘਰ ਦੇ ਅੰਦਰ ਸ਼ੰਕੇ ਨਹੀਂ ਹੈਗੇ, ਉਹਨਾਂ ਦੇ ਨੂੰ ਤਾਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਹੈਗੀਆਂ ਕਿ ਭੋਲੇ ਭਾਏ ਮਿਲੇ ਰਘੁਰਾਏ, ਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਹਨ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ। ਵਸਤਾਂ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ, ਉਹਨਾਂ ਤੋਂ ਆਪ ਪਰਮੇਸ਼ਰ ਆ ਕੇ ਮਿਲਦਾ ਹੈਗਾ। ਇਸੇ ਕਰਕੇ ਪਰਮੇਸ਼ਰ ਦੀ ਸ਼ਕਤੀ ਉਹਨਾਂ ਉੱਤੇ ਰਿੱਝਦੀ ਹੈ ਜਿਹੜੇ ਬਿਲਕੁਲ ਅਨਭੋਲ ਹੁੰਦੇ ਆ, ਜਿਨ੍ਹਾਂ ਦੇ ਅੰਦਰ ਕੋਈ ਬਲ ਛਲ ਨਹੀਂ ਹੁੰਦਾ, ਕੋਈ ਦੁਨੀਆ ਦੀ ਸੋਚ ਨਹੀਂ ਹੁੰਦੀ, ਕੇਵਲ ਅਤੇ ਕੇਵਲ ਸਤ ਬਚਨ ਹੁੰਦਾ ਹੈਗਾ ਅਤੇ ਸਤ ਬਚਨ ਹੀ ਪ੍ਰਧਾਨ ਹੁੰਦਾ ਹੈਗਾ। ਅਗਰ ਅਸੀਂ ਅੱਜ ਕੱਲ੍ਹ ਦਾ ਸਮਾਂ ਦੇਖ ਲਈਏ ਕਿ ਕਿਸੇ ਅਗਰ ਬੱਚੇ ਨੂੰ ਕਹਿ ਦਿਓ ਕਿ ਭਾਈ ਤੂੰ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਅਤੇ ਬੱਚੇ ਮੂਹਰੋਂ ਕਹਿ ਦਿੰਦੇ ਆ ਕਿ ਇਹਦੇ ਨਾਲ ਕੀ ਹੋਊਗਾ। ਅਤੇ ਪਰ ਗੱਲ ਇਹ ਹੈਗੀ ਕਿ ਸਾਨੂੰ ਉਹਦਾ ਜਵਾਬ ਦੇਣਾ ਨਹੀਂ ਆਉਂਦਾ। ਕਿਉਂ? ਕਿਉਂਕਿ ਅਸੀਂ ਜਪਜੀ ਸਾਹਿਬ ਦੀ ਕਮਾਈ ਖੁਦ ਨਹੀਂ ਕੀਤੀ, ਨਾ ਅਸੀਂ ਖੁਦ ਕੀਤੀ ਹੈ, ਨਾ ਸਾਨੂੰ ਇਹਦਾ ਭਾਵ ਦਾ ਪਤਾ ਹੀ ਹੈ। ਇਸ ਕਰਕੇ ਭਾਵ ਇਹੋ ਹੀ ਬਣਦਾ ਹੈਗਾ ਕਿ ਭਾਈ ਅਗਰ ਤੂੰ ਪੜ੍ਹ ਕੇ ਦੇਖ, ਬਾਕੀ ਤੈਨੂੰ ਇਹਦਾ ਜਵਾਬ ਜਿਹੜਾ ਹੈ ਨਾ ਜਪਜੀ ਸਾਹਿਬ ਦੇ ਪੜ੍ਹਨ ਤੋਂ ਬਾਅਦ ਹੀ ਤੈਨੂੰ ਖੁਦ ਆਪਣੇ ਆਪ ਮਿਲ ਜਾਏਗਾ ਕਿ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਉਹ ਸਮਰੱਥ ਹੈਗੀ ਆ। ਭਾਵ ਕੀ ਹੈ ਕਿ ਜੋ ਮੰਗੇ ਠਾਕ ਆਪਣੇ ਸੇ ਸੋਈ ਸੋਈ ਦੇਵੇ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਸਾਰੇ। ਸੋ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈਗੀ ਇਹ ਮੂਲ ਹੈਗੀ ਆ, ਅਤੇ ਮੂਲ ਦੇ ਨਾਲ ਹੀ ਜੋੜ ਦਿੰਦੀ ਹੈ। ਅਤੇ ਜਦੋਂ ਜੀਵ ਆਤਮਾ ਮੂਲ ਦੇ ਨਾਲ ਜੁੜਦੀ ਹੈ ਤਾਂ ਫਿਰ ਕੀ ਹੈ, ਜਿਹਨੂੰ ਮੂਲ ਦੀ ਪ੍ਰਾਪਤੀ ਹੋ ਗਈ ਉਹਨੂੰ ਫਿਰ ਕਾਹਦੀ ਘਾਟ ਰਹਿੰਦੀ ਹੈ, ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਹੈ। ਇਸੇ ਕਰਕੇ ਮਹਾਂਪੁਰਖਾਂ ਨੇ ਆਪਣੇ ਅਸਥਾਨਾਂ ਦੇ ਉੱਤੇ, ਖਾਸ ਕਰਕੇ ਸ਼ਹੀਦ ਸਿੰਘਾਂ ਦੇ ਉੱਤੇ ਹੈ ਨਾ, ਇਸ ਜੋਤ ਦਾ ਜਿਹੜਾ ਜਗਾਉਣਾ ਹੈਗਾ ਉਹ ਅਤ ਲਾਜ਼ਮੀ ਕਰਾਰ ਦੇ ਦਿੱਤਾ ਹੈਗਾ। ਜਿਵੇਂ ਅਸੀਂ ਸੰਤ ਬਾਬਾ ਜਵਾਲਾ ਸਿੰਘ ਹਰਖ ਵਾਲੇ ਮਹਾਂਪੁਰਖਾਂ ਦੀ ਗੱਲ ਕਰਦੇ ਹਾਂ, ਉਹ ਜਾਣ ਲੱਗੇ ਆਪਣੇ ਜਿਹੜੇ ਸੇਵਾਦਾਰ ਸੀ ਹੈ ਨਾ, ਉਹਨਾਂ ਨੂੰ ਇਹ ਗੱਲ ਕਹਿ ਗਏ ਸੀਗੇ ਕਿ ਇਸ ਅਸਥਾਨ ਦੇ ਉੱਤੇ ਦੇਸੀ ਘਿਓ ਦੀ ਜਿਹੜੀ ਜੋਤ ਹੈ ਉਹ ਸਦਾ ਜਗਦੀ ਰਹਿਣੀ ਚਾਹੀਦੀ ਆ। ਅਤੇ ਦੂਸਰਾ ਇੱਥੇ ਸਦਾ 24 ਘੰਟੇ 8 ਪਹਿਰ ਮੂਲ ਮੰਤਰ ਦਾ ਪਾਠ ਵੀ ਹੋਣਾ ਚਾਹੀਦਾ ਹੈ। ਸੋ ਇਹ ਜਿਹੜੀ ਉਹਨੇ ਮਰਜ਼ਾਦਾ ਚਲਾਈ ਆ, ਸੋ ਮਰਜ਼ਾਦਾ ਇਸੇ ਤਰ੍ਹਾਂ ਜਿਹੜੀ ਉਹ ਚੱਲਦੀ ਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਸ਼ਹੀਦ ਸਿੰਘਾਂ ਦੇ ਸਥਾਨ ਹੈ, ਚਾਹੇ ਬਾਬਾ ਦੀਪ ਸਿੰਘ ਜੀ ਦਾ ਜਾਂ ਦਰਬਾਰ ਸਾਹਿਬ, ਵੱਡੇ ਵੱਡੇ ਸਥਾਨਾਂ ਦੇ ਉੱਤੇ ਜਿਹੜੀ ਹੈ ਨਾ ਦੇਸੀ ਘਿਓ ਦੀ ਜੋਤ ਹੈਗੀ ਆ, ਉਹ ਪ੍ਰੇਮ ਬਾਰ ਜਿਹੜੇ ਨਾ ਸ਼ਰਧਾ ਬਾਣ ਪ੍ਰੇਮੀ ਹੈਗੇ ਆ, ਉਹਨਾਂ ਵੱਲੋਂ ਜਗਾਈ ਜਾਂਦੀ ਹੈ। ਸੋ ਇਸ ਦੇ ਜੋਤ ਦੇ ਹੈ ਨਾ ਜਿਨ੍ਹਾਂ ਨੇ ਭਾਵਨਾ ਬਣਾ ਕੇ ਇਸ ਜੋਤ ਦਾ ਸੇਵਨ ਕੀਤਾ ਹੈਗਾ, ਆਰਾਧਨਾ ਕੀਤੀ ਹੈ, ਪੂਜਾ ਕੀਤੀ ਹੈਗੀ ਆ, ਉਹਨਾਂ ਨੇ ਇਸ ਜਗਦੀ ਜੋਤ ਦੇ ਅੰਦਰ ਜਿਹੜੀਆਂ ਪ੍ਰਤੱਖ ਵਰਤ ਰਹੀਆਂ ਤਾਕਤਾਂ ਹੈਗੀਆਂ, ਜੋ ਕਰਾਮਾਤਾਂ ਹੁੰਦੀਆਂ, ਉਹਨਾਂ ਤੋਂ ਆਪਣੇ ਜੀਵਨ ਦੇ ਲਾਭ ਲਏ ਹੈਗੇ ਆ। ਜਿਵੇਂ ਦਾਸ ਨੂੰ ਇੱਕ ਸਿੱਖ ਬੀਬੀ ਦੱਸਦੀ ਸੀ ਕਿ ਉਹਦੇ ਧੌਣ ਦੇ ਪਿੱਛੇ ਨਾ ਗਿਲਟੀ ਹੋ ਗਈ ਸੀਗੀ। ਉਹ ਜਿਹੜੀ ਗਿਲਟੀ ਹੋਈ ਸੀਗੀ, ਕਹਿੰਦੀ ਬੜੇ ਯਤਨ ਤੋਂ ਬਾਅਦ ਫਿਰ ਡਾਕਟਰਾਂ ਮੈਨੂੰ ਇਹ ਕਹਿ ਦਿੱਤਾ ਸੀਗਾ ਕਿ ਇਹਦਾ ਆਪਰੇਸ਼ਨ ਕਰਨਾ ਪਵੇਗਾ। ਪਰ ਉਹ ਸਿੱਖ ਬੀਬੀ ਦੇ ਮਨ ਦੇ ਵਿੱਚ ਆਇਆ ਕਿ ਹੋਵੇ ਨਾ ਹੋਵੇ, ਮੈਂ ਕਿਉਂ ਨਾ ਪਹਿਲਾਂ ਨਾ ਇਸ ਜੋਤ ਦਾ ਆਸਰਾ ਰਵਾਂ। ਫਿਰ ਉਹ ਗੁਰੂ ਘਰ ਜਾਂਦੀ ਸੀ, ਸੇਵਾ ਕਰਦੀ ਆ। ਉਹਨੇ ਫਿਰ ਜਿਹੜੀ ਹੈ ਨਾ ਉਹ ਜੋਤ ਦਾ ਦੇਸੀ ਘੀ ਦਾ ਜਿਹੜਾ ਸੀਗਾ ਥੋੜ੍ਹਾ ਜਿਹਾ ਆਪਣੇ ਨਾਲ ਲੈ ਕੇ, ਜਿੱਥੇ ਗਿਲਟੀ ਸੀ ਨਾ ਉੱਥੇ ਮਾੜਾ ਮਾੜਾ ਲਾਉਣਾ ਸ਼ੁਰੂ ਕਰ ਦਿੱਤਾ, ਅਤੇ ਨਾਲ ਜਿਹੜੀ ਸੀ ਉਹ ਸੇਵਾ ਕਰਦੀ ਰਹੀ ਆ। ਬਸ ਉਹ ਐਸੀ ਜਰਾ ਕਰਮਾਤ ਹੋਈ ਆ, ਉਹ ਜਿਹੜੀ ਗਿਲਟੀ ਸੀਗੀ, ਜਿਹੜੀ ਕਾਫੀ ਅੰਦਰ ਸੀਗੀ, ਉਹ ਆਪਣੇ ਆਪ ਹੀ ਫੁੱਟ ਗਈ, ਅਤੇ ਫੁੱਟ ਕੇ ਜਿੰਨਾ ਵੀ ਜਿਹੜਾ ਹੈ ਉਹ ਮਲ ਸੀਗਾ ਨਾ ਉਸ ਗਿਲਟੀ 'ਚੋਂ ਸਾਰਾ ਆਪਣੇ ਆਪ ਬਹਿ ਤੁਰਿਆ ਸੀਗਾ। ਇਸ ਤਰ੍ਹਾਂ ਇਹ ਜਿਹੜੀਆਂ ਨਾ ਜਾਰੀ ਕਰਾਮਾਤਾਂ ਹੈਗੀਆਂ,
ਇਹ ਵੀ ਦਾਸ ਨੇ ਦੇਖੀਆਂ ਹੈਗੀਆਂ, ਕਿਉਂ ਦਾਸ ਦੇ ਨਾਲ ਵੀ ਕੋਈ ਇਸ ਤਰ੍ਹਾਂ ਦੀ ਜਿਹੜੀ ਸੀਗੀ ਜ਼ਾਹਰੀ ਕਰਾਮਾਤ ਹੋਈ ਸੀਗੀ। ਇਸ ਜ਼ਾਹਰੀ ਕਰਾਮਾਤ ਨੂੰ ਦੇਖ ਕੇ ਦਾਸ ਆਪ ਵੀ ਜਿਹੜਾ ਸੀ ਉਹ ਦੰਗ ਰਹਿ ਗਿਆ ਸੀਗਾ। ਇਸ ਤਰ੍ਹਾਂ ਦੀ ਇੱਕ ਹੋਰ ਜਿਹੜੀ ਘਟਨਾ ਹੈਗੀ ਆ ਉਹ ਅੰਮ੍ਰਿਤਸਰ ਦੀ ਆ। ਅੰਮ੍ਰਿਤਸਰ ਦੇ ਜਿਹੜੇ ਮਸ਼ਹੂਰ ਡਾਕਟਰ ਹੋਏ ਆ, ਉਹ ਦੱਸਦੇ ਸੀ ਕਿ ਉਹਨਾਂ ਦੇ ਕੋਲ ਇੱਕ ਬੀਬੀ ਆਈ ਸੀ ਜਿਹਦੇ ਜਿਹੜੇ ਸੀ ਉਹ ਸਰੀਰ ਉੱਤੇ ਜਿਹੜੀ ਸੀ ਇੱਕ ਗਿਲਟੀ ਸੀਗੀ। ਉਹਨੇ ਮੈਨੂੰ ਪੁੱਛਿਆ ਸੀ, ਡਾਕਟਰ ਦੱਸਦੇ ਸੀਗੇ ਵੀ ਇਹ ਜਿਹੜੀ ਗਿਲਟੀ ਹੈਗੀ ਆ ਇਹਦਾ ਮੈਂ ਹੀ ਪ੍ਰਸ਼ਨ ਕਰਾਉਣਾ ਹੈ, ਦੱਸੋ ਕਿੰਨਾ ਖਰਚਾ ਆਏਗਾ। ਕਹਿੰਦੇ ਅਸੀਂ ਐਕਸਰਾ ਲਿਆ ਹੈਗਾ, ਐਕਸਰੇ ਦੇ ਵਿੱਚ ਉਹ ਜਿਹੜੀ ਗਿਲਟੀ ਸੀ ਬੜੀ ਭਾਰੀ ਨਜ਼ਰ ਆਈ ਆ, ਲੇਕਿਨ ਬਾਅਦ ਦੇ ਵਿੱਚ ਅਸੀਂ ਉਹ ਬੀਬੀ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ 10,000 ਰੁਪਈਆ ਜਮ੍ਹਾਂ ਕਰਾ ਦਿਓ ਅਤੇ ਬਾਕੀ ਜਿਹੜਾ ਨਾ 10,000 ਰੁਪਈਆ ਹੈਗਾ ਉਹ ਆਪਰੇਸ਼ਨ ਤੋਂ ਬਾਅਦ ਅਸੀਂ ਲਵਾਂਗੇ। ਅਤੇ ਬਾਕੀ ਅਸੀਂ ਕਹਿੰਦੇ ਥੋੜ੍ਹੀਆਂ ਜਿਹੜੀਆਂ ਦਵਾਈਆਂ ਸੀਗੀਆਂ ਉਹਨੂੰ ਲਿਖ ਕੇ ਦੇ ਦਿੱਤੀਆਂ। ਅਤੇ ਜਿਸ ਤਰੀਕ ਨੂੰ ਜਿਹੜਾ ਸੀਗਾ ਉਹ ਆਪਰੇਸ਼ਨ ਨਿਯਤ ਕੀਤਾ ਗਿਆ ਸੀ, ਕੁਦਰਤੀ ਕਾਰਨ ਐਸਾ ਬਣਿਆ ਕਿ ਅਸੀਂ ਕੁਛ ਟਾਈਮ 10-15 ਦਿਨ ਵਾਸਤੇ ਕਿਸੇ ਵਿਦੇਸ਼ੀ ਕੰਮ ਦੇ ਮੁਲਕ ਦੇ ਉੱਤੇ ਕਿਸੇ ਨਿੱਜੀ ਕੰਮ ਵਾਸਤੇ ਕਿਤੇ ਵਿਦੇਸ਼ ਚਲੇ ਗਏ ਸੀਗੇ। ਜਦੋਂ ਕਹਿੰਦੇ ਅਸੀਂ ਕਿਸੇ ਨਿੱਜੀ ਕੰਮ ਵਾਸਤੇ ਜਦੋਂ ਵਿਦੇਸ਼ ਗਏ ਹਾਂ ਅਤੇ ਉਹ ਬੀਬੀ ਨੂੰ ਜਦ ਪਤਾ ਲੱਗਾ ਕਿ ਡਾਕਟਰ ਸਾਹਿਬ ਤਾਂ ਚਲੇ ਗਏ ਆ, ਹੁਣ ਕੀ ਕੀਤਾ ਜਾਵੇ। ਪਰ ਇੱਕ ਗੁਰਮੁਖ ਬੀਬੀ ਨੇ ਦੱਸਿਆ ਕਿ ਜਦ ਤੱਕ ਡਾਕਟਰ ਸਾਹਿਬ ਨਹੀਂ ਆਉਂਦੇ ਤੁਸੀਂ ਕਿਉਂ ਨਾ ਇਸ ਦੇਸੀ ਘਿਓ ਦੀ ਜੋਤ ਦੀ ਜੋ ਜਗਦੀ ਹੈਗੀ ਆ, ਇਸ ਜੋਤ ਦਾ ਓਟ ਆਸਰਾ ਲੈ ਕੇ ਤੁਸੀਂ ਅਰਦਾਸ ਬੇਨਤੀ ਕਰੋ ਕਿ ਇਹ ਜਿਹੜਾ ਮੇਰਾ ਪ੍ਰਸ਼ਨ ਇਹ ਕਾਮਯਾਬ ਹੋ ਜਾਵੇ। ਦੇਖੋ ਸਿੱਖ ਬੀਬੀ ਨੇ ਇਸ ਤਰ੍ਹਾਂ ਕੀਤਾ ਸੀਗਾ, ਸ਼ਹੀਦ ਸਿੰਘਾਂ ਦੇ ਸਥਾਨ 'ਤੇ ਜਾ ਕੇ ਨਾਲ ਬੇਨਤੀ ਕੀਤੀ ਆ, ਨਾਲ ਉਹਨੇ ਦੇਗ ਵੀ ਕਰਾਈ ਆ, ਅਤੇ ਦੇਸੀ ਘਿਓ ਦੀ ਜਿੱਥੇ ਜੋਤ ਜਗਦੀ ਸੀ ਇਹਨੇ ਉਹਦਾ ਥੋੜ੍ਹਾ ਜਿਹਾ ਘਿਓ ਲਾ ਕੇ ਜਿਹੜਾ ਸੀਗਾ ਉਹ ਗਿਲਟੀ ਦੇ ਅਸਥਾਨ ਦੇ ਉੱਤੇ ਵੀ ਲਾਉਂਦੀ ਰਹੀ ਆ। ਪਰ ਜਦ 15 ਦਿਨਾਂ ਬਾਅਦ ਡਾਕਟਰ ਸਾਹਿਬ ਆਏ ਆ, ਜਦ ਉਹ ਬੀਬੀ ਹੌਸਪੀਟਲ ਪਹੁੰਚੀ ਆ, ਜਦ ਪ੍ਰਸ਼ਨ ਦੀ ਤਿਆਰੀ ਕੀਤੀ ਗਈ, ਪਰ ਡਾਕਟਰ ਸਾਹਿਬ ਕਹਿੰਦੇ ਆ ਮੇਰੇ ਮਨ ਦੇ ਵਿੱਚ ਇਹ ਹੁੰਦਾ ਕਿ ਜਦੋਂ ਵੀ ਪ੍ਰਸ਼ਨ ਕਰਨਾ ਹੋਵੇ ਫਿਰ ਦੁਬਾਰਾ ਇੱਕ ਵਾਰੀ ਫਿਰ ਐਕਸਰਾ ਲਿਆ ਜਾਵੇ। ਪਰ ਜਦ ਐਕਸਰਾ ਲਿਆ ਦੁਬਾਰਾ, ਉਸ ਐਕਸਰੇ ਦੇ ਵਿੱਚ ਫਿਰ ਦੁਬਾਰਾ ਗਿਲਟੀ ਜਿਹੜੀ ਉਹ ਨਜ਼ਰ ਨਹੀਂ ਆਈ। ਅਤੇ ਫਿਰ ਡਾਕਟਰ ਸਾਹਿਬ ਕਹਿਣ ਲੱਗੇ ਕਿ ਅਸੀਂ ਹੈਰਾਨ ਹੋ ਗਏ ਕਿ ਜਿਹੜੇ ਪਹਿਲੇ ਐਕਸਰ ਸੀ ਉਹਨਾਂ 'ਚ ਗਿਲਟੀ ਸੀਗੀ, ਲੇਕਿਨ ਇਹ ਗਿਲਟੀ ਕਿੱਥੇ ਗਾਇਬ ਹੋ ਗਈ ਆ। ਪਰ ਆਪਣੀ ਮਨ ਦੀ ਸ਼ੰਕਾ ਜਿਹੜੀ ਹੋਰ ਨਿਵਰਤ ਕਰਨ ਵਾਸਤੇ ਜਦ ਕਹਿੰਦੇ ਦੁਬਾਰਾ ਫਿਰ ਜਿਹੜੇ ਸੀ ਉਹ ਐਕਸਰੇ ਲੈ ਗਏ। ਜਦ ਐਕਸਰੇ ਦੁਬਾਰਾ ਲੈ ਗਏ, ਜਦ ਉਹਦੇ ਵਿੱਚ ਵੀ ਤੱਕਿਆ ਅਤੇ ਉਹਦੇ ਵਿੱਚ ਵੀ ਗਿਲਟੀ ਦਾ ਕੋਈ ਨਾਮ ਨਿਸ਼ਾਨ ਨਜ਼ਰ ਨਹੀਂ ਆਇਆ ਹੈਗਾ। ਕਹਿੰਦੇ ਫਿਰ ਅਸੀਂ ਹੈਰਾਨ ਹੋ ਗਏ। ਪਰ ਜਦੋਂ ਪਹਿਲੀ ਜਿਹੜੀ ਰਿਪੋਰਟ ਸੀ, ਜਿਹੜੇ ਪਹਿਲੇ ਐਕਸਰੇ ਲਏ ਸੀ, ਜਦ ਉਹ ਚੈੱਕ ਕੀਤੇ ਗਏ ਅਤੇ ਉਹਨਾਂ 'ਚ ਗਿਲਟੀ ਨਜ਼ਰ ਆਉਂਦੀ ਸੀ। ਪਰ ਜੋ ਬਾਅਦ ਦੇ ਵਿੱਚ ਜਿਹੜੇ ਸੀਗੇ 10-15 ਦਿਨ ਬਾਅਦ ਲਏ ਜਿਹੜੇ ਐਕਸਰੇ ਸੀਗੇ, ਜਦ ਉਹ ਚੈੱਕ ਕੀਤੇ ਗਏ ਉਹਨਾਂ ਵਿੱਚ ਗਿਲਟੀ ਦਾ ਕੋਈ ਵੀ ਨਾਮ ਨਿਸ਼ਾਨ ਨਹੀਂ ਸੀ। ਕਹਿੰਦੇ ਫਿਰ ਅਸੀਂ ਉਸ ਬੀਬੀ ਨੂੰ ਪੁੱਛਿਆ ਕਿ ਬੀਬੀ ਇਹ ਦੱਸ, ਇਹ ਜਿਹੜੇ 15 ਦਿਨ ਸੀਗੇ, ਇਹਨਾਂ 15 ਦਿਨਾਂ ਦੇ ਵਿੱਚ ਤੂੰ ਕੀ ਕਰਦੀ ਰਹੀ ਆ। ਫਿਰ ਉਹ ਬੀਬੀ ਨੇ ਦੱਸਿਆ ਸੀਗਾ, ਮੈਂ 15 ਦਿਨਾਂ ਦੇ ਵਿੱਚ ਸ਼ਹੀਦ ਸਿੰਘਾਂ ਦੀ ਜਿਹੜੀ ਜਗਦੀ ਜੋਤ ਆ ਉਸ ਜੋਤ ਦਾ ਘਿਓ ਦਾ ਜਿਹੜਾ ਹੈਗਾ ਉਹ ਪ੍ਰੇਮ ਹੈਗਾ, ਉਸ ਨੂੰ ਆਪਣੇ ਗਿਲਟੀ ਦੇ ਉੱਪਰ ਜਿਹੜੀ ਲਾਉਂਦੀ ਵੀ ਰਹੀ ਹਾਂ, ਦੇਗ ਵੀ ਕਰਦੀ ਰਹੀ ਹਾਂ ਅਤੇ ਨਾਲ ਬੇਨਤੀ ਵੀ ਕਰਦੀ ਰਹੀ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਜਿਹੜਾ ਮੇਰਾ ਪ੍ਰਸ਼ਨ ਕਾਮਯਾਬ ਹੋ ਜਾਵੇ। ਫਿਰ ਦੇਖੋ ਉਸੇ ਡਾਕਟਰ ਨੇ ਜਿਹੜਾ 10,000 ਰੁਪਈਆ ਪਹਿਲਾਂ ਬੀਬੀ ਤੋਂ ਲਿਆ ਸੀਗਾ, ਉਹਦੇ ਹੱਥ ਦੇ ਉੱਤੇ ਰੱਖਦਿਆਂ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਪ੍ਰਸ਼ਨ ਉਸ ਸ਼ਹੀਦ ਸਿੰਘਾਂ ਦੀ ਜਾਗਤ ਜੋਤ ਦੇ ਜਿਹੜੇ ਬਲ ਦੇ ਉੱਤੇ, ਭਾਵ ਕੀ ਹੈ ਕਿ ਜੋ ਪ੍ਰਸ਼ਨ ਸ਼ਹੀਦ ਸਿੰਘਾਂ ਨੇ ਐਸੇ ਗੁਪਤ ਰੂਪ 'ਚ ਕਰ ਦਿੱਤਾ ਹੈਗਾ ਕਿ ਗਿਲਟੀ ਹੀ ਗਾਇਬ ਕਰ ਦਿੱਤੀ, ਫਿਰ ਉਹਦਾ ਪ੍ਰਸ਼ਨ ਕਰਨ ਵਾਲਾ ਮੈਂ ਕੌਣ ਹੁੰਦਾ ਹੈ। ਭਾਵ ਕੀ ਹੈ ਕਿ ਜਿਹੜੀਆਂ ਭਾਵਨਾਵਾਂ ਅੰਦਰ ਹੁੰਦੀਆਂ ਹੈਗੀਆਂ, ਇਹ ਭਾਵਨਾ ਜੀਵ ਦੇ ਅੰਦਰ ਜਿਹੜੇ ਸੇਵਾ ਕਰਦੇ ਆ, ਜਿਨ੍ਹਾਂ ਦੇ ਅੰਦਰ ਕੋਈ ਸ਼ੰਕਾ ਨਹੀਂ ਹੁੰਦੀ ਉਹਨਾਂ ਦੇ ਅੰਦਰ ਫਿਰ ਪ੍ਰਤੱਖ ਹੋ ਜਾਂਦੀਆਂ। ਜਿਵੇਂ ਉਸ ਬੀਬੀ ਦੀ ਜਿਹੜੀ ਗਿਲਟੀ ਸੀ, ਉਹ ਸ਼ਹੀਦ ਸਿੰਘਾਂ ਦੀ ਜੋਤ ਲਾਉਣ ਦੇ ਨਾਲ ਹੀ ਦੇਸੀ ਘੀ ਦੀ ਉਹ ਜਿਹੜੀ ਸੀਗੀ ਉਹ ਗਾਇਬ ਹੋ ਗਈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਗਰ ਕੋਈ ਬੜੇ ਪ੍ਰੇਮ ਅਤੇ ਸ਼ਰਧਾ ਭਾਵਨਾ ਦੇ ਨਾਲ ਇਸ ਜੋਤ ਦੇ ਘਿਓ ਦੀ ਵਰਤੋਂ ਕਰੇ ਕਿਸੇ ਵੀ ਕਾਰਜ ਵਾਸਤੇ, ਫਿਰ ਉਹ ਕਾਰਜ ਜਿਹੜੇ ਸਿੱਧੇ ਤੌਰ 'ਤੇ ਹੀ ਸਿੱਧ ਹੋ ਜਾਂਦੇ। ਇੱਕ ਜ਼ਾਹਰੀਆਂ ਕਰਾਮਾਤਾਂ ਜਿਹੜੀਆਂ ਉਹ ਉਸ ਪ੍ਰੇਮੀ ਦੇ ਨਾਲ ਵਾਪਰਦੀਆਂ ਹੈਗੀਆਂ। ਇਸ ਕਰਕੇ ਗੁਰੂ ਘਰ ਦੇ ਅੰਦਰ ਕਿਸੇ ਵੀ ਚੀਜ਼ ਦੇ ਉੱਤੇ ਅਸੀਂ ਕੋਈ ਵੀ ਸਵਾਲ ਖੜਾ ਨਹੀਂ ਕਰ ਸਕਦੇ, ਕਿਉਂਕਿ ਗੁਰਬਾਣੀ ਨੇ ਆਖਿਆ ਕਿਆ ਹੰਸ ਕਿਆ ਬੰਗਲਾ ਜਾਂ ਕੋ ਨਦਰ ਕਰੇ, ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ। ਜੇ ਚਾਹੇ ਤਾਂ ਫਿਰ ਉਹ ਕਾਂ ਦੇ ਉੱਤੇ ਵੀ ਕਿਰਪਾ ਕਰਕੇ ਸੰਤ ਬਣਾ ਦਿੰਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਵਾਹਿਗੁਰੂ ਕਿਹੜੇ ਰੰਗਾਂ 'ਚ ਰਾਜੀ ਆ ਇਹ ਕੋਈ ਨਹੀਂ ਜਾਣ ਸਕਦਾ। ਇਸੇ ਕਰਕੇ ਵਾਹਿਗੁਰੂ ਨੂੰ ਭੇਦ ਤੋਂ ਰਹਿਤ ਜਿਹੜਾ ਹੈਗਾ ਉਹ ਮਹਾਂਪੁਰਖਾਂ ਨੇ ਕਿਹਾ ਹੈ ਕਿ ਭੇਦ ਨਾ ਪਾਇ ਸਕਿਓ ਨ ਭੇਦ ਕੋ,
ਖੇਦਤ ਹੈ ਅਨਛੇਦ ਪੁਕਾਰੇ। ਕਿ ਜਿਹੜੇ ਤਰਕ ਬੁੱਧੀ ਵਾਲੇ ਉਹ ਅਫਸੋਸ ਕਰਦੇ ਸਾਰੀ ਉਮਰ ਚਲੇ ਜਾਂਦੇ ਆ, ਪਰ ਜਿਹੜੇ ਗੁਰਮੁਖ ਪਿਆਰੇ ਹੈਗੇ ਆ ਜਿਨ੍ਹਾਂ ਦੇ ਅੰਦਰ ਸੋਚ ਨਹੀਂ ਹੈਗੀ, ਕੇਵਲ ਤੇ ਕੇਵਲ ਪ੍ਰੇਮ ਤੇ ਸ਼ਰਧਾ ਹੁੰਦੀ ਆ, ਉਹ ਇਹਨਾਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਪ੍ਰੇਮ ਦੀਆਂ ਭਾਵਨਾਵਾਂ ਵਸਤਾਂ ਹੈਗੀਆਂ ਇਹਨਾਂ ਤੋਂ ਫਾਇਦਾ ਉਠਾ ਜਾਂਦੇ ਆ। ਜਿਵੇਂ ਕਿ ਇੱਕ ਬੀਬੀ ਜਿਹੜੀ ਅਫਰੀਕਾ ਦੀ ਸੀਗੀ, ਉਸ ਦੇ ਉੱਤੇ ਜਿਹੜੀ ਫੁਲਵੈਰੀ ਹੋਈ ਸੀ, ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਦਿੱਲੀ ਤੇ ਅੰਬਾੜੇ ਦੇ ਕੋਲ ਹੈ ਨਾ ਇੱਕ ਕੰਪਨੀ ਦਾ ਵੱਡਾ ਭਰਾ ਦਫ਼ਤਰ ਹੈਗਾ, ਅਤੇ ਉਹ ਜਿਹੜੀ ਅਫਰੀਕਾ ਦੀ ਬੀਬੀ ਸੀਗੀ ਉਹਦੀ ਵੀ ਫੁਲਵੈਰੀ ਹੋ ਗਈ ਸੀ। ਪਰ ਜਦੋਂ ਉਹਨੇ ਕਿਸੇ ਗੁਰਸਿੱਖ ਦੇ ਨਾਲ ਜਿਹੜੇ ਉਸੇ ਹੀ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੂੰ ਕਹਿਤਾ ਹੈਗਾ ਕਿ ਅਸੀਂ ਸੁਣਿਆ ਕਿ ਗੁਰਸਿੱਖਾਂ ਦੇ ਪਾਸ ਹਰੇਕ ਚੀਜ਼ ਦਾ ਮਰਮ ਹੈਗਾ, ਇਲਾਜ ਹੈ, ਦਵਾਈ ਹੈਗੀ ਆ, ਸੋ ਮੈਨੂੰ ਵੀ ਦਵਾਈ ਦਿਓ, ਕਿਉਂਕਿ ਮੈਂ ਦੁਨਿਆਵੀ ਦਵਾਈਆਂ ਤਾਂ ਖਾ ਕੇ ਦੇਖ ਲਈਆਂ, ਪਰ ਜਿਹੜੀ ਮੇਰੀ ਫੁਲਵੈਰੀ ਹੈ ਨਾ ਇਹ ਘਟਣ ਦੀ ਜਗ੍ਹਾ ਵੱਧਦੀ ਜਾ ਰਹੀ ਹੈ। ਦੇਖੋ ਕਿਵੇਂ ਗੁਰਸਿੱਖ ਨੇ ਉਸ ਬੀਬੀ ਨੂੰ ਇੱਕ ਸੁਖਮਨੀ ਸਾਹਿਬ ਜੀ ਦਾ ਜਿਹੜਾ ਗੁਟਕਾ ਸੀਗਾ ਜੋ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਸੀਗਾ ਉਹ ਲਿਆ ਕੇ ਦਿੱਤਾ, ਅਤੇ ਇਹ ਆਖਿਆ ਕਿ ਇਹੋ ਹੀ ਦਵਾਈ ਹੈਗੀ ਆ, ਬਸ ਇਸੇ ਹੀ ਦਵਾਈ ਦੇ ਨਾਲ ਜੁੜ ਜਾ ਅਤੇ ਜੋ ਵੀ ਤੇਰੇ ਮਨ ਦੀ ਭਾਵਨਾ ਹੈ ਪ੍ਰਤੱਖ ਪੂਰੀ ਹੋ ਜਾਊਗੀ। ਦੇਖੋ ਬੀਬੀ ਜਿਹੜੀ ਸੀਗੀ ਰੋਜ਼ ਦੀਆਂ 6 ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਪੜ੍ਹਦੀ ਸੀ, ਬੰਗਲਾ ਸਾਹਿਬ ਗੁਰਦੁਆਰੇ ਜਾਂਦੀ ਸੀਗੀ ਅਤੇ ਉੱਥੇ ਅਰਦਾਸ ਕਰਦੀ ਸੀ, ਇਹ ਬੰਗਲਾ ਸਾਹਿਬ ਵਾਲੇ ਕਿਰਪਾ ਕਰ, ਮੇਰੀ ਫੁਲਵਾਰੀ ਦਾ ਰੋਗ ਜਿਹੜਾ ਹੈਗਾ ਉਹਨੂੰ ਦੂਰ ਕਰਦੇ, ਹਰਨ ਕਰਦੇ। ਅਤੇ ਉੱਥੋਂ ਜਲ ਲਿਆ ਕੇ ਆਪ ਬੋਤਲ ਦੇ ਵਿੱਚ ਆਪਣੇ ਜਿੱਥੇ ਫੁਲਵੈਰੀ ਸੀ ਉਹਦੇ ਉੱਤੇ ਪਾਉਂਦੀ ਹੁੰਦੀ ਸੀ। ਦੇਖੋ ਯਾਰੀ ਕਰਾਮਾਤ ਜਿਹੜੀ ਕਈ ਸਾਲਾਂ ਤੋਂ ਦੁਨੀਆ ਦੀਆਂ ਸਾਰੀਆਂ ਦਵਾਈਆਂ ਖਾ ਕੇ ਵੀ ਉਹਦੀ ਫੁਲਵੈਰੀ ਦਾ ਰੋਗ ਹਟਾ ਨਹੀਂ ਸਕੀਆਂ, ਉਹਦੀ ਫੁਲਵੈਰੀ ਦਾ ਰੋਗ 3 ਮਹੀਨਿਆਂ ਦੇ ਅੰਦਰ ਅੰਦਰ ਹੀ ਹੈ ਨਾ ਸਾਰਾ ਖਤਮ ਹੋ ਗਿਆ ਸੀਗਾ। ਇਹਦਾ ਭਾਵ ਕੀ ਹੈ ਕਿ ਉਹ ਰੂਹਾਂ ਜਿਹੜਾਂ ਦੇ ਅੰਦਰ ਕਿਸੇ ਕਿਸਮ ਦਾ ਕੋਈ ਸਵਾਲ ਨਹੀਂ ਹੁੰਦਾ ਹੈਗਾ, ਕੋਈ ਤਰਕ ਨਹੀਂ ਹੁੰਦਾ ਹੈਗਾ, ਉਹ ਹੀ ਗੁਰਮਤਿ ਦੀ ਵਿਧੀ ਵਿਧਾਨ ਤੋਂ ਲਾਭ ਉਠਾ ਜਾਂਦੀਆਂ। ਇਸੇ ਕਰਕੇ ਅਸੀਂ ਆਮ ਕਰਕੇ ਇਹ ਦੇਖਦੇ ਹਾਂ ਕਿ ਜਿਹੜੀਆਂ ਵਿਦੇਸ਼ੀ ਰੂਹਾਂ ਹਨ, ਵਿਦੇਸ਼ੀ ਪ੍ਰੇਮੀ ਹੈਗੇ ਆ, ਜਿਹੜੇ ਗੁਰਸਿੱਖੀ ਦੇ ਉੱਤੇ ਜਿਹੜੇ ਹੈਗੇ ਪ੍ਰੇਮ ਸ਼ਰਧਾ ਦੇ ਨਾਲ ਜੁੜਦੇ ਆ ਨਾ, ਉਹਨਾਂ ਦੇ ਕਾਰਜ ਵਾਹਿਗੁਰੂ ਪਹਿਲ ਦੇ ਆਧਾਰ ਦੇ ਉੱਤੇ ਪੂਰਨ ਕਰ ਜਾਂਦਾ। ਪਰ ਅਸੀਂ ਗੁਰਸਿੱਖੀ ਦੇ ਵਿੱਚ ਹੁੰਦੇ ਹੋਏ ਵੀ ਸਿਰਫ ਤਰਕ ਅਤੇ ਵਿਵਾਦਾਂ ਦੇ ਵਿੱਚ ਫਸ ਕੇ ਜਿੱਥੇ ਆਪਣਾ ਸਮਾਂ ਬਰਬਾਦ ਕਰਦੇ ਹਾਂ ਅਤੇ ਦੂਸਰਿਆਂ ਦਾ ਸਮਾਂ ਵੀ ਜਿਹੜਾ ਹੈ ਨਾ ਉਹ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਹੈਗੇ। ਇਸ ਕਰਕੇ ਸਿੱਖੀ ਜਿਹੜੀ ਹੈ ਨਾ ਇਹ ਪ੍ਰੇਮ ਭਾਵਨਾ ਅਤੇ ਸ਼ਰਧਾ ਦੇ ਉੱਤੇ ਖੜੀ ਆ, ਨਾ ਕਿ ਕਿਸੇ ਤਰਕ ਦੇ ਉੱਤੇ ਖੜੀ ਹੈਗੀ ਆ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬੋ ਡੂਬੇ ਸਿਆਣੇ, ਕਿ ਗੁਰੂ ਦੀ ਮਤ ਲੈ, ਕਿਉਂਕਿ ਗੁਰੂ ਦੀ ਮਤ ਬਗੈਰ ਤੇਰਾ ਕਾਰਜ ਕੋਈ ਵੀ ਰਾਸ ਨਹੀਂ ਆ ਸਕਦਾ। ਕਿਉਂਕਿ ਜਿਹੜੇ ਵੱਡੇ ਵੱਡੇ ਸਿਆਣੇ ਹੋਏ ਹੈ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਜਾਂ ਬੁੱਧੀਮਾਨ ਕਹਾਉਂਦੇ ਆ ਨਾ, ਇਸ ਸੰਸਾਰ ਦੇ ਵਿੱਚ ਜਿਹੜੇ ਸੀ ਉਹ ਡੁੱਬ ਗਏ ਹੈ। ਸੋ ਕਹਿਣ ਤੋਂ ਭਾਵ ਇੰਨਾ ਹੈਗਾ ਕਿ ਜੋ ਜਾਗਤ ਜੋਤ ਸ਼ਹੀਦ ਸਿੰਘਾਂ ਦੀ ਹੈਗੀ ਆ, ਇਸ ਦੇ ਉੱਤੇ ਪੂਰਨ ਸ਼ਰਧਾ ਅਤੇ ਵਿਸ਼ਵਾਸ ਬਣਾ ਕੇ ਅਗਰ ਕਿਸੇ ਨੇ ਵੀ ਆਪਣਾ ਜਿਹੜਾ ਕਾਰਜ ਰਾਸ ਕਰਨਾ ਹੈਗਾ ਤਾਂ ਉਹ ਕਰ ਸਕਦਾ ਹੈ। ਕਿਉਂਕਿ ਗੁਰੂ ਘਰ ਦੇ ਅੰਦਰ ਇੱਕ ਨਹੀਂ ਅਨੇਕਾਂ ਇਸ ਤਰ੍ਹਾਂ ਦੀਆਂ ਜਾਰੀ ਕਰਾਮਾਤਾਂ ਜਿਹੜੀਆਂ ਹੈਗੀਆਂ ਉਹ ਪ੍ਰਤੱਖ ਤੌਰ ਦੇ ਉੱਤੇ ਪ੍ਰਗਟ ਹੁੰਦੀਆਂ ਅਤੇ ਉਹ ਪੂਰਨ ਹੁੰਦੀਆਂ ਹੈ। ਅਤੇ ਗੁਰਸਿੱਖ ਜਿਹੜੇ ਹੈ ਨਾ ਇਹਨਾਂ ਤੋਂ ਆਪਣਾ ਜਿਹੜਾ ਇਹ ਲੋਕ ਵੀ ਸਵਾਰ ਜਾਂਦੇ ਆ ਅਤੇ ਫਿਰ ਪਰਲੋਕ ਵੀ ਉਜਲਾ ਕਰ ਜਾਂਦੇ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।